ਆਪ ਸਭ ਨੂੰ ਜੈ ਮਸੀਹ ਕੀ ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਅਸੀਂ ਅੱਜ ਪ੍ਰਕਾਸ਼ ਦੀ ਪੋਥੀ ਦੂਸਰਾ ਅਧਿਆਏ ਉਸ ਦੀ 12 ਤੋਂ ਲੈ ਕੇ ਪੂਰਾ ਪੜਾਂਗੇ। ਪਹਿਲਾਂ ਅਸੀਂ 2 ਕਲੀਸਿਆ ਬਾਰੇ ਪੜ੍ਹਿਆ ਸੀ ਤੇ ਅੱਜ ਤੀਸਰੀ ਤੇ ਚੌਥੀ ਕਲੀਸਿਆ ਬਾਰੇ ਅਸੀਂ ਪੜਾਂਗੇ। ਤੇ ਚਲੋ ਅਸੀਂ ਪੜ੍ਹਦੇ ਹਾਂ। ਪਰਗਮੁਮ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਪਈ, ਜਿਹਦੇ ਕੋਲ 2 ਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ, ਮੈਂ ਜਾਣਦਾ ਹਾਂ ਤੂੰ ਉੱਥੇ ਵਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ, ਅਤੇ ਅਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ, ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵਸਦਾ ਹੈ, ਉਹ ਦੇ ਦਿਨ ਵੀ ਤੈਂ ਮੇਰੀ ਨੇਚਾ ਤੋਂ ਇਨਕਾਰ ਨਹੀਂ ਕੀਤਾ, ਪਰ ਤਾਂ ਵੀ ਤੇਰੇ ਉੱਤੇ ਮੈਂ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਿਲਿਆਮ ਦੀ ਸਿੱਖਿਆ ਧਾਰੀ ਹੈ, ਜਿਹਦੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਸੋ ਇਸਰਾਇਲ ਦੇ ਵੰਸ਼ ਦੇ ਅੱਗੇ ਟੇਡੇ ਲਾਉਣ ਵਾਲੀ ਵਸਤ ਸੁੱਟ ਦੇਵੇਂ ਭਈ ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮਕਾਰੀ ਕਰਨ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨਿਕੋਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ। ਇਸ ਲਈ ਤੌਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਗੁਪਤ ਮਨ ਵਿੱਚੋਂ ਦਿਆਂਗਾ, ਅਤੇ ਮੈਂ ਉਹਨੂੰ ਇੱਕ ਚਿੱਟਾ ਪੱਥਰ ਦਿਆਂਗਾ, ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਂ ਲਿਖਿਆ ਹੋਇਆ ਹੈ, ਜਿਹਨੂੰ ਉਹਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ। ਥੁਆਤੀਰੀਏ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਪਈ, ਪਰਮੇਸ਼ਰ ਦਾ ਪੁੱਤਰ ਜਿਹਦੀਆਂ ਅੱਖਾਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ, ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨੇਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ। ਨਾਲੇ ਇਹ ਪਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਉਸ ਤੀਵੀਂ ਇਜ਼ਬੇਲ ਨੂੰ ਜਿਹੜੀ ਆਪਣੇ ਆਪ ਨੂੰ ਨਬੀ ਕਰਕੇ ਸੱਦਦੀ ਹੈ ਚੱਲੀ ਜਾਂਦਾ ਹੈ, ਅਤੇ ਉਹ ਮੇਰੇ ਦਾਸ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ। ਅਤੇ ਮੈਂ ਉਹਨੂੰ ਵਿਹਲ ਦਿੱਤਾ ਭਈ ਤੌਬਾ ਕਰੇ, ਪਰ ਉਹ ਆਪਣੀ ਹਰਾਮਕਾਰੀ ਤੋਂ ਤੌਬਾ ਕਰਨੀ ਨਹੀਂ ਚਾਹੁੰਦੀ ਹੈ। ਵੇਖ, ਮੈਂ ਉਹਨੂੰ ਇੱਕ ਵਿਛੋੜੇ ਉੱਤੇ ਸੁੱਟਾਂਗਾ ਅਤੇ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਜਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹਦੇ ਕੰਮ ਤੋਂ ਤੌਬਾ ਨਾ ਕੀਤੀ, ਅਤੇ ਮੈਂ ਉਹਨਾਂ ਦੇ ਬਾਲਕਾਂ ਨੂੰ ਮਾਰ ਸੁੱਟਾਂਗਾ। ਸਾਰੀਆਂ ਕਲੀਸਿਆਂ ਜਾਣ ਲੈਣਗੀਆਂ ਜੋ ਗੁਰਦਿਆਂ ਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ। ਮੈਂ ਤੁਹਾਨੂੰ ਅਰਥਾਤ ਥੁਆਤੀਰੀਏ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਉਹ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਭਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ, ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਉਸ ਨੂੰ ਤਕੜਾਈ ਨਾਲ ਫੜੀ ਰੱਖੋ। ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰਿਆਂ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਿਆਂਗਾ, ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਕਰ ਦਈਦਾ ਹੈ, ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ। ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦਿਆਂਗਾ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਹਾਲੇਲੂਇਆ, ਧੰਨਵਾਦ ਪਰਮੇਸ਼ਰ ਦਾ। ਇਸ ਵਿੱਚ 2 ਕਲੀਸਿਆ ਪਰ ਜਿਹੜਾ ਅਸੀਂ ਪੜ੍ਹਿਆ, ਪਰਗਮ ਤੇ ਥੁਆਤੀਰੀਏ ਦੀ ਕਲੀਸਿਆ। ਪਹਿਲੀ ਕਲੀਸਿਆ ਕਿਹੜੀ ਆ? ਪਹਿਲੀ ਕਲੀਸਿਆ ਉਹ ਆ ਜਿਹੜੇ ਮੂਰਤੀ ਪੂਜਾ ਕਰਦੇ, ਜਿਹੜੇ ਦੋਗਲੇ ਆ। ਜਿੱਥੋਂ ਤੱਕ ਮੇਰਾ ਖਿਆਲ ਆ ਇੱਥੇ ਇਹੀ ਲਿਖਿਆ ਆ। ਬਿਲਿਆਮ ਕਿਹਨੂੰ? ਬਿਲਿਆਮ ਪਤਾ ਕੌਣ ਆ? ਬਿਲਿਆਮ ਸ਼ੈਤਾਨ ਨਹੀਂ, ਬਿਲਿਆਮ ਜਿਹੜਾ। ਤੇ ਇਹਦੇ ਵਿੱਚ ਕੀ ਦੱਸਿਆ?
ਕਹਿੰਦੇ ਪਾਰਗਮ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਪਈ, ਜਿਹਦੇ ਕੋਲ ਦੋ ਧਾਰੀ ਤਲਵਾਰ ਕਿਹੜੀ ਹੈ? ਸਾਡੇ ਕੋਲ ਬਾਈਬਲ। ਮੈਂ ਜਾਣਦਾ ਹਾਂ ਤੂੰ ਉੱਥੇ ਵਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈ, ਅਤੇ ਅਤੀਪਾਸ ਜੋ ਮੇਰਾ ਗਵਾਹ ਤੇ ਮੇਰਾ ਮਾਤਬਰ ਜਨ ਸੀ, ਜਿਹੜਾ ਤੁਹਾਡੇ ਵਿੱਚੋਂ ਉੱਥੇ ਮਾਰਿਆ ਗਿਆ, ਉੱਥੇ ਸ਼ੈਤਾਨ ਵਸਦਾ ਹੈ। ਉਹਦੇ ਦਿਨ ਵੀ ਤੈਂ ਮੇਰੀ ਨੇਚਾ ਤੋਂ ਇਨਕਾਰ ਨਹੀਂ ਕੀਤਾ। ਕੀ ਲਿਖਿਆ? ਕਹਿੰਦੇ ਵੀ ਮਤਲਬ ਕਿ ਜਿਹੜਾ ਅਤੀਪਾਸ ਸੀ, ਉਹ ਵੀ ਚੇਲਾ ਹੋਏਗਾ ਕੋਈ। ਕਹਿੰਦੇ ਵੀ ਉਹ ਸ਼ੈਤਾਨ ਜਿੱਥੇ ਰਹਿੰਦਾ ਹੈ ਉੱਥੇ ਜਾ ਕੇ ਕੰਮ ਕਰਦਾ, ਮਤਲਬ ਕਿ ਪਰਮੇਸ਼ਰ ਦਾ ਜਿੱਥੇ ਮਤਲਬ ਕਿ ਮੂਰਤੀ, ਕਿਉਂਕਿ ਪਰਮੇਸ਼ਰ ਨੂੰ ਸਭ ਤੋਂ ਜ਼ਿਆਦਾ ਕਿਹੜੇ ਪਾਪ ਤੋਂ ਘਿਰਨਾ ਹੁੰਦੀ ਆ? ਉਹ ਹੈਗਾ ਮੂਰਤੀ ਪੂਜਾ। ਕਿਉਂਕਿ ਸਾਡਾ ਪਰਮੇਸ਼ਰ ਅਣਖੀ ਆ, ਔਰ ਉਹ ਚਾਹੁੰਦਾ ਕਿ ਮੇਰੇ ਤੋਂ ਕੋਈ ਦੇਵੀ ਦੇਵਤਾ ਨਹੀਂ ਹੋਣਾ ਚਾਹੀਦਾ। ਠੀਕ ਆ ਜੀ। ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਅਤੀਪਾਸ ਚੇਲਾ ਸੀ, ਉਹ ਉੱਥੇ ਉਸ ਜਗ੍ਹਾ ਤੇ ਜਾਂਦਾ ਸੀ ਜਿੱਥੇ ਮੂਰਤੀ ਪੂਜਾ ਲੋਕੀ ਜ਼ਿਆਦਾ ਕਰਦੇ ਸੀ। ਉੱਥੇ ਮਾਰਿਆ ਗਿਆ। ਠੀਕ ਆ ਜੀ। ਤੇ ਉਹਨੇ ਇਨਕਾਰ ਨਹੀਂ ਕੀਤਾ। ਤੇ ਫਿਰ ਵੀ ਇੱਥੇ ਪ੍ਰਭੂ ਯਿਸੂ ਮਸੀਹ ਕਹਿੰਦੇ ਆ, ਕਹਿੰਦੇ ਫਿਰ ਵੀ ਮੈਂ ਤੈਨੂੰ ਥੋੜਾ ਜਿਹਾ ਗਿਲਾ ਆਇਆ ਮੈਂ ਤੇਰੇ ਤੋਂ, ਤੇ ਕਹਿੰਦੇ ਵੀ ਤੂੰ ਮਤਲਬ ਕਿ ਕਹਿੰਦੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਿਲਿਆਮ ਦੀ ਸਿੱਖਿਆ ਧਾਰੀ ਹੈ, ਉਹ ਜਿਹਦੇ ਬਾਲਕ ਨੂੰ ਸਿੱਖਿਆ ਦਿੱਤੀ, ਜੋ ਇਸਰਾਇਲ ਦੇ ਵੰਸ਼ ਦੇ ਅੱਗੇ ਟੇਢੇ ਲਾਉਣ ਵਾਲੀ ਵਸਤ ਸੁੱਟ ਦੇਵੇ, ਅਤੇ ਭਈ ਉਹ ਮੂਰਤੀਆਂ ਦੇ ਚੜਾਵੇ ਮਤਲਬ ਕਿ ਪ੍ਰਸ਼ਾਦ ਖਾਣ ਅਤੇ ਹਰਾਮਕਾਰੀ ਕਰਨ। ਹਰਾਮਕਾਰੀ ਮਤਲਬ ਕਿ ਦੋਗਲੇ ਜਿਹੜੇ ਚੱਲਦੇ ਆ। ਹਰਾਮਕਾਰੀ ਦਾ ਮਤਲਬ ਇਹ ਆ, ਇੱਧਰਲੇ ਵੀ ਚੱਲਣਾ, ਪ੍ਰਸ਼ਾਦ ਵੀ ਖਾਈ ਜਾਣਾ, ਰੱਬ ਦਾ ਨਾਮ ਵੀ ਲਈ ਜਾਣਾ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨਿਕਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ। ਇਸ ਲਈ ਤੌਬਾ ਕਰਨ, ਨਹੀਂ ਤਾਂ ਮੈਂ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ। ਠੀਕ ਹੈ ਜੀ। ਦੇਖ ਲਓ ਵੀ ਕੀ ਇੱਥੇ ਲਿਖਿਆ, ਆਪਣੇ ਆਪ ਤੁਸੀਂ ਦੇਖ ਲਓ ਕਿ ਤੁਸੀਂ ਕਿਹੜੀ ਕਲੀਸਿਆ ਵਾਲੇ ਆ। ਠੀਕ ਹੈ ਜੀ। ਤੇ ਇੱਥੇ ਲਿਖਿਆ ਕਿ ਜਿਹੜੇ ਕੰਨ ਹਨ, ਇੱਥੇ ਜਿੰਨੀ ਵਾਰੀ ਵੀ ਮਤਲਬ ਕਿ ਐਂਡ ਕੀਤਾ ਕਲੀਸਿਆ ਦਾ, ਕਹਿਣ ਦਾ ਮਤਲਬ ਕਿ ਜਿੱਥੇ ਜਿੱਥੇ ਕਲੀਸਿਆ ਬਾਰੇ ਲਿਖਿਆ, ਜਿੱਦਾਂ ਹੁਣ ਪਹਿਲਾਂ ਅਸੀਂ ਪੜ੍ਹਿਆ ਸੀ ਅਫਸੋਸ ਕਲੀਸਿਆ ਤੇ ਸੁਰਮੇ ਦੀ ਕਲੀਸਿਆ, ਉੱਥੇ ਜਿੱਥੋਂ ਮਤਲਬ ਕਿ ਉਹ ਕਲੀਸਿਆ ਬਾਰੇ ਜਦੋਂ ਮਤਲਬ ਕਿ ਗੱਲਾਂ ਦਾ ਐਂਡ ਕੀਤਾ, ਉੱਥੇ ਹੀ ਲਿਖਿਆ ਕਹਿੰਦੇ ਜਿਹਦੇ ਕੰਨ ਹਨ ਸੋ ਸੁਣੇ। ਪਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ? ਕਹਿੰਦੇ ਜਿਹੜਾ ਜਿੱਤਣ ਵਾਲਾ ਉਹਨੂੰ ਮੈਂ ਗੁਪਤ ਮਨ ਦਿਆਂਗਾ, ਮਨ ਵਿੱਚੋਂ ਦਿਆਂਗਾ ਗੁਪਤ ਮਨ, ਅਤੇ ਮੈਂ ਉਹਨੂੰ ਚਿੱਟਾ ਪੱਥਰ ਦੇਵਾਂਗਾ। ਚਿੱਟਾ ਪੱਥਰ, ਚਿੱਟਾ ਜਿਹੜਾ ਪਵਿੱਤਰ ਨੂੰ ਦਰਸਾਉਂਦਾ, ਪੱਥਰ ਜਿਹੜਾ ਚਟਾਨ ਨੂੰ। ਠੀਕ ਹੈ ਜੀ। ਅਤੇ ਉੱਥੇ ਲਿਖਿਆ, ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਂ ਲਿਖਿਆ ਹੋਇਆ। ਕਹਿੰਦੇ ਉਸ ਪੱਥਰ ਤੇ ਜਿਹੜਾ ਇਹ ਕੰਮ ਨਹੀਂ ਕਰੂਗਾ, ਜੇ ਤਾਂ ਇਹ ਕਲੀਸਿਆ ਜਿਹੜੀ ਕਿਹੜੀ ਕਲੀਸਿਆ ਹੈ? ਪਰਗਮ ਦੀ ਕਲੀਸਿਆ। ਜੇ ਤਾਂ ਇਹ ਪਰਮੇਸ਼ਰ ਦੀ ਜਿਹੜੇ ਮਤਲਬ ਕਿ ਪਰਮੇਸ਼ਰ ਨੇ ਉਹਨਾਂ ਨੂੰ ਹੁਕਮ ਕੀਤਾ ਇੱਥੇ ਵੀ ਇਹ ਤੂੰ ਕੰਮ ਨਾ ਕਰ, ਮਤਲਬ ਕਿ ਜਿਹੜੇ ਕੰਮ ਆ ਪਰਮੇਸ਼ਰ ਨੇ, ਪ੍ਰਭੂ ਯਿਸੂ ਮਸੀਹ ਨੇ ਜਿਹੜੇ ਕਹੇ ਇੱਥੇ, ਜੇ ਤਾਂ ਉਹ ਮੰਨ ਲੈਂਦੇ ਤਾਂ ਫਿਰ ਉਹਨਾਂ ਨੂੰ ਕੀ ਮਿਲੇਗਾ? ਇੱਕ ਚਿੱਟਾ ਪੱਥਰ ਮਿਲੇਗਾ ਜਿੱਤੇ ਇੱਕ ਨਾਂ ਲਿਖਿਆ ਹੋਇਆ, ਪਰ ਉਹ ਨਾਂ ਲੈਣ ਵਾਲਾ ਹੀ ਜਾਣਦਾ ਹੈ ਜਿਹੜਾ ਕੀ ਲਿਖਿਆ ਹੈ। ਸਮਝ ਰਹੇ? ਅੱਗੇ ਹੈਗਾ ਥੁਆਤੀਰਾ ਦੀ ਕਲੀਸਿਆ। ਅਤੇ ਲਿਖਿਆ ਕਿ ਪਰਮੇਸ਼ਰ ਦਾ ਪੁੱਤਰ ਜਿਹਦੀਆਂ ਅੱਖਾਂ ਅਗਨੀ ਦੀ ਲਾਟ ਵਰਗੀਆਂ ਹਨ, ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ, ਅਤੇ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨੇਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹੈ। ਨਾਲੇ ਭਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ। ਕਹਿਣ ਦਾ ਮਤਲਬ ਇਹ ਆ ਕਿ ਤੂੰ ਪਿਆਰ ਵੀ ਬਹੁਤ ਕਰਦਾ, ਮੇਰੇ ਤੇ ਨੇਚਾ ਵੀ ਕਰਦਾ, ਸੇਵਾ ਵੀ ਕਰਦਾ, ਸਬਰ ਨਾਲ ਬੈਠਾ ਹੋਇਆ, ਤੇ ਤੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਇਹ ਕੰਮ ਕਰਦਾ, ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ, ਸੇਵਾ, ਨੇਚਾ ਤੇ ਸਬਰ ਕਰਦਾ ਹੈ। ਠੀਕ ਹੈ ਜੀ। ਪਰ ਫਿਰ ਵੀ ਇੱਥੇ ਜਨਾਹ ਬਾਰੇ ਦੱਸਿਆ ਕਿ ਈਜ਼ਾਬੇਲ ਪਤਾ ਕੌਣ ਆ? ਈਜ਼ਾਬੇਲ ਇੱਕ ਦੁਸ਼ਟ ਆਤਮਾ ਵੀ ਆ। ਈਜ਼ਾਬੇਲ ਇੱਕ ਦੁਸ਼ਟ ਆਤਮਾ। ਜਿਹੜੇ ਪਾਸਟਰ ਮੇਰੇ ਭੈਣ ਭਾਈ ਜਿਹੜੇ ਪਾਸਟਰ ਆ, ਜਿਹੜੇ ਆਪਣੇ ਆਪ ਨੂੰ ਪਾਸਟਰ ਕਹਿੰਦੇ ਆ, ਉਹਨਾਂ ਦੀਆਂ ਤੀਵੀਆਂ ਪਾਸਟਰ ਜਿਹੜੇ ਹੈਗੇ ਆ, ਜਿਹੜੇ ਭਰਾ, ਖਾਸ ਕਰਕੇ ਭਰਾ ਜਿਹੜੇ ਹੈਗੇ ਆ, ਜਿਹੜੇ ਪਾਸਟਰ ਹੈ, ਉਹਨਾਂ ਦੀਆਂ ਜਿਹੜੀਆਂ ਤੀਵੀਆਂ, ਉਹਨਾਂ ਤੇ ਉਹ ਅਟੈਕ ਕਰਦੀ ਆ ਕਿ ਉਹਨਾਂ ਦੀਆਂ ਤੀਵੀਆਂ ਉਹਨਾਂ ਤੋਂ ਛੱਡ ਕੇ ਚੱਲ ਜਾਣ ਜਾਂ ਕੁਛ ਵੀ ਇੱਦਾਂ ਦਾ, ਉਹ ਉਹਨਾਂ ਦੇ ਅਟੈਕ ਕਰਦੀਆਂ। ਪਰ ਜੇ ਉਹ ਦੋਨੇ ਪੱਕੇ ਆ ਤਾਂ ਈਜ਼ਾਬੇਲ ਕੀ ਸ਼ੈਤਾਨ ਇਬਲੀਸ ਆ ਜਾਵੇ, ਉਹ ਵੀ ਕੁਛ ਨਹੀਂ ਕਰ ਸਕਦਾ। ਠੀਕ ਹੈ ਜੀ। ਇੱਥੇ ਦੱਸਿਆ ਉਸ ਤੀਵੀਂ ਈਜ਼ਾਬੇਲ ਨੂੰ ਜਿਹੜੀ ਆਪਣੀ ਆਪ ਨੂੰ ਨਬੀਆਂ ਕਰਕੇ ਉਹ ਭਰਮਾਉਂਦੀ ਆ, ਕਹਿਣ ਦਾ ਮਤਲਬ ਭਰਮਾਉਂਦੀ ਆ। ਹੁਣ ਕੀ ਕਹਿੰਦੇ ਨੂੰ, ਜਨਾਹ ਕਰਨ ਨੂੰ। ਠੀਕ ਹੈ ਜੀ। ਕਿਉਂਕਿ ਬਾਈਬਲ 'ਚ ਲਿਖਿਆ ਕਹਿੰਦੇ ਵੀ ਜੇ ਤੂੰ ਕਿਸੇ ਤੀਵੀਂ ਵੱਲ ਬੁਰੀ ਨਜ਼ਰ ਨਹੀਂ ਦੇਖ ਰਿਹਾ ਤਾਂ ਤੂੰ ਨਾ ਜਨਾਹ ਕਰ ਲਿਆ, ਸਮਝ ਲਾ, ਹਨਾ ਜੀ। ਤੇ ਜੇ ਇੱਥੇ ਮਤਲਬ ਕਿ ਉਹ ਇੱਥੇ ਪਰਮੇਸ਼ਰ ਨੇ ਵੀ ਦੱਸਿਆ, ਪਰ ਪਿਤਾ ਪਰਮੇਸ਼ਰ ਨੇ ਹਾਲੇਲੂਇਆ ਇੱਥੇ ਯਿਸੂ ਮਸੀਹ ਜੀ ਨੇ ਇਹ ਵੀ ਦੱਸਿਆ ਕਿ ਕੀ ਕਿਹਾ ਆ, ਕੀ ਸਜ਼ਾ ਆ। ਇੱਥੇ ਲਿਖਿਆ
ਵੇਖ ਮੈਂ ਉਹਨੂੰ ਇੱਕ ਵਿਛੋੜੇ ਵਿੱਚ ਸੁੱਟਾਂਗਾ ਅਤੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਜਨਾਹ ਕਰਦੇ ਹਨ ਵੱਡੀ ਬਿਪਤਾ 'ਚ ਪਾ ਦਿਆਂਗਾ ਅਤੇ ਉਹਦੇ ਕੰਮਾਂ ਤੋਂ ਅਤੇ ਉਹਦੇ ਕੰਮਾਂ ਜੇ ਉਹ ਉਹਨਾਂ ਦੇ ਕੰਮਾਂ ਤੋਂ ਤੌਬਾ ਨਾ ਕਰਨ ਤਾਂ ਮੈਂ ਉਹਨਾਂ ਦੇ ਮਾਲਕਾਂ ਨੂੰ ਮਾਰ ਸੁੱਟਾਂਗਾ। ਜਿਹੜੇ ਇੱਦਾਂ ਦੀਆਂ ਤੀਵੀਆਂ ਜਿਹੜੀਆਂ ਮਤਲਬ ਕਿ ਹੋਸ਼ੀਆਂ ਤੀਵੀਆਂ ਮਤਲਬ ਕਿ ਜਿਹੜੀਆਂ ਮਤਲਬ ਕਿ ਜਨਾਹ ਕਰਦੀਆਂ, ਹਰ ਇੱਕ ਨਾਲ ਜਨਾਹ ਕਰਦੀਆਂ ਉਹ ਮਤਲਬ ਕਿ ਪਰਮੇਸ਼ਰ ਦੱਸਦਾ ਕਿ ਉਹਨਾਂ ਨਾਲ ਜਿਹੜੇ ਜਨਾਹ ਕਰਨਗੇ, ਜਿਹੜੀਆਂ ਮਤਲਬ ਕਿ ਇੱਦਾਂ ਦੀਆਂ ਸਮਝ ਗਏ ਉਹਨਾਂ ਮੈਂ ਕੀ ਕਹਿਣਾ ਚਾਹੁੰਦੀ ਹਾਂ, ਕਿ ਮੈਂ ਪਰਟੀਕੂਲਰ ਵਰਡ ਨਹੀਂ ਯੂਜ਼ ਕਰਨਾ ਚਾਹੁੰਦੀ। ਤੇ ਦੱਸਦੇ ਕਹਿੰਦੇ ਵੀ ਜਿਹੜੇ ਉਹਨਾਂ ਨਾਲ ਜਨਾਹ ਕਰਨਗੇ ਉਹਨਾਂ ਦੇ ਵੱਡੀ ਬਿਪਤਾ ਪਾਏਗੀ ਤਾਂ ਉਹਨਾਂ ਦੇ ਬੱਚੇ ਮੈਂ ਮਾਰ ਸੁੱਟਾਂਗਾ। ਤੇ ਜਾਣੋਗੇ ਤੁਸੀਂ ਕਿ ਪਰਮੇਸ਼ਰ ਜੋ ਹੈ ਗੁਰਦਿਆਂ ਤੇ ਹਿਰਦਿਆਂ ਤੇ ਗੁਰਦਿਆਂ ਨੂੰ ਜਾਣਨ ਵਾਲਾ। ਠੀਕ ਹੈ ਜੀ। ਕਹਿੰਦੇ ਵੀ ਮੈਂ ਤੁਹਾਡੇ ਕਰਨੀਆਂ ਦੇ ਅਨੁਸਾਰ ਤੁਹਾਡੇ ਫਲ ਦਊਂਗਾ। ਜੋ ਸੀ ਇਸ ਧਰਤੀ ਤੇ ਕੀ ਜਾ ਕਹਿੰਦੇ ਨਾ, ਜੋ ਬੀਜਦਾ ਉਹੀ ਵੱਢਦਾ। ਤੇ ਇਹੀ ਮਤਲਬ ਹੈ ਕਿ ਜੋ ਅਸੀਂ ਇਸ ਧਰਤੀ ਤੇ ਕਰਾਂਗੇ, ਜੇ ਤਾਂ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਗਾਂ ਵੀ ਚੰਗਾ ਹੀ ਮਿਲੇਗਾ, ਤੇ ਜੇ ਅਸੀਂ ਇੱਥੇ ਬੁਰਾ ਕਰਕੇ ਜਾਵਾਂਗੇ ਤਾਂ ਅਸੀਂ ਚੰਗੇ ਦੀ ਉਮੀਦ ਨਹੀਂ ਰੱਖ ਸਕਦੇ ਅਸੀਂ। ਠੀਕ ਹੈ ਜੀ। ਅੱਗੇ ਲਿਖਿਆ, ਅਗਲੀ ਲਾਈਨ ਹੈ, ਮੈਂ ਤੁਹਾਨੂੰ ਅਰਥਾਤ ਥੁਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ, ਕਹਿੰਦੇ ਜਿਨ੍ਹਾਂ ਕੋਲ ਇਹ ਸਿੱਖਿਆ ਹਲੇ ਨਹੀਂ ਹੈਗੀ ਆ, ਜਿਨ੍ਹਾਂ ਕੋਲ ਹਲੇ ਸਿੱਖਿਆ ਪਹੁੰਚੀ ਨਹੀਂ ਹੈਗੀ ਆ, ਜਿਹੜੇ ਇਸ ਗੱਲਾਂ ਤੋਂ ਅਣਜਾਣ ਆ, ਮੈਂ ਉਹਨਾਂ ਤੇ ਹੋਰ ਨਹੀਂ ਭਾਰ ਪਾਵਾਂਗਾ। ਪਰ ਮੇਰੇ ਜੋ ਬਾਈਬਲ ਸਾਨੂੰ ਦੱਸਦੀ ਆ ਕਿ ਅੰਤ ਕਦੋਂ ਆਏਗਾ? ਅੰਤ ਉਦੋਂ ਆਏਗਾ ਜਦੋਂ ਚੌਹਾਂ ਕੂਠਾਂ ਵਿੱਚ ਮਤਲਬ ਪੂਰੀ ਦੁਨੀਆ ਵਿੱਚ ਪਰਮੇਸ਼ਰ ਦਾ ਵਚਨ ਪੂਰਾ ਫੈਲ ਜਾਊਗਾ। ਤਾਂ ਮੇਰੇ ਅਜ਼ੀਜ਼ੋ, ਇਹ ਤਾਂ ਹੈ ਨਹੀਂ ਕਿ ਕੋਈ ਅਣਜਾਣ ਇਸ ਗੱਲ ਤੋਂ ਨਹੀਂ ਹੋਵੇਗਾ। ਸਾਰੇ ਜਾਣਨ ਵਾਲੇ ਹੋਣਗੇ, ਅਣਜਾਣ ਨਹੀਂ ਹੋਣਗੇ। ਠੀਕ ਹੈ ਜੀ। ਅੱਗੇ ਲਿਖਿਆ, ਤਾਂ ਵੀ ਜੋ ਕੁਝ ਤੇਰੇ ਕੋਲ ਹੈ ਆਉਣ ਤੀਕ ਤਕੜਾਈ ਨਾਲ ਫੜੀ। ਬਾਈਬਲ ਮੇਰੇ ਅਜ਼ੀਜ਼ੋ ਬਾਈਬਲ ਦੱਸਦੀ ਹੈ ਕਿ ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ। ਇਹ ਤੋਂ ਪਹਿਲਾਂ ਇਹ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ। ਜੋ ਕੁਝ ਤੇਰੇ ਕੋਲ ਹੈਗਾ ਨਾ, ਤੂੰ ਫੜੀ ਰੱਖ। ਠੀਕ ਹੈ ਜੀ। ਫੜਨਾ ਕਿਹਨੂੰ? ਬੱਚਨਾਂ ਨੂੰ ਫੜਨਾ, ਬੱਚਨਾਂ ਨੂੰ ਸਮਝਣਾ, ਖਾਣਾ ਹੈ ਇਹਨੂੰ ਬੱਚਨਾਂ ਨੂੰ। ਇਹ ਨਹੀਂ ਹੈਗਾ ਕਿ ਇੱਕ ਕੰਨ ਤੋਂ ਸੁਣ ਲਿਆ ਤਾਂ ਦੂਜੇ ਚੋਂ ਬਾਹਰ ਕੱਢ ਦਿੱਤਾ, ਨਹੀਂ। ਸਾਨੂੰ ਖਾਣਾ ਹੈ ਬੱਚਨਾਂ ਨੂੰ ਤੇ ਔਰ ਇਹਨੂੰ ਆਪਣੇ ਦਿਲਾਂ 'ਚ ਜਮਾ ਕਰਨਾ, ਕਿਉਂਕਿ ਮੇਰੇ ਅਜ਼ੀਜ਼ੋ ਆਉਣ ਵਾਲੇ ਦਿਨ ਬਹੁਤ ਬੁਰੇ ਨੇ। ਹੁਣ ਦੇਖੋ, ਜੇ ਆਪਾਂ ਹੁਣ ਯਿਸੂ ਮਸੀਹ ਦੀ ਗੱਲ ਕਰਦੇ ਹਾਂ, ਜਦੋਂ ਯਿਸੂ ਮਸੀਹ ਦੇ ਪਰਤਾ ਆਇਆ ਸੀ, ਸ਼ੈਤਾਨ ਨੇ ਪਰਤਾਇਆ ਸੀ ਪ੍ਰਭੂ ਯਿਸੂ ਮਸੀਹ ਨੂੰ। ਕੋਈ ਇੱਦਾਂ ਦੀ ਗੱਲ ਤੇ ਨਾ ਕਹੀ ਵੀ ਜਾ ਭੱਜ ਜਾ ਇੱਥੋਂ। ਕੀ ਕਿਹਾ ਸੀ? ਇਹ ਤਾਂ ਨਹੀਂ ਕਿਹਾ ਸੀ ਕਿ ਜਾ ਦਫਾ ਹੋ ਜਾ, ਕਿ ਮੈਨੂੰ ਤੰਗ ਨਾ ਕਰ, ਹਨਾ? ਇੱਦਾਂ ਦਾ ਨਹੀਂ ਕਿਹਾ। ਉਹਨਾਂ ਨੇ ਵਚਨਾਂ ਨੂੰ ਲਿਆ, ਉਹਨਾਂ ਨੇ ਫੋਕਸ ਕੀਤਾ ਕਿ ਵਚਨ 'ਚ ਇਹ ਲਿਖਿਆ, ਵਚਨ 'ਚ ਇਹ ਲਿਖਿਆ। ਠੀਕ ਹੈ ਜੀ। ਐਂਡ ਤੇ ਗਿਆ ਜ਼ਰੂਰ, ਉਹਨੇ ਕਿਹਾ, ਪ੍ਰਭੂ ਯਿਸੂ ਮਸੀਹ ਸਾਡੇ ਪ੍ਰੇਮੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀ ਸ਼ੈਤਾਨ ਨੂੰ ਕਿ ਇੱਥੋਂ ਚਲਾ ਜਾ, ਕਿ ਮੈਂ ਸਿਰਫ ਤੇ ਸਿਰਫ ਆਪਣੇ ਪਰਮੇਸ਼ਰ ਦੀ ਉਪਾਸਨਾ ਕਰਾਂਗਾ। ਠੀਕ ਹੈ। ਸ਼ੈਤਾਨ ਨੇ ਕਿਹਾ ਸੀ ਕਿ ਮੇਰੇ ਅੱਗੇ ਸਜਦਾ ਕਰੇਗਾ ਤਾਂ ਤੈਨੂੰ ਸਾਰੀਆਂ ਮਨ ਕੇ ਜਿਹੜੀਆਂ ਦੁਨਿਆਵੀ ਚੀਜ਼ਾਂ ਉਹ ਤੈਨੂੰ ਮਿਲਣਗੀਆਂ। ਪਰ ਪ੍ਰਭੂ ਯਿਸੂ ਮਸੀਹ ਨੇ ਇਨਕਾਰ ਕਰ ਦਿੱਤਾ। ਸਾਡਾ ਪਰਮੇਸ਼ਰ ਬਹੁਤ ਮਹਾਨ ਆ। ਅੱਗੇ ਲਿਖਿਆ ਕਿ ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੀਆਂ ਕੰਮਾਂ ਦੀ ਪਾਲਣਾ ਕਰੇਗਾ। ਉਹ ਧਿਆਨ ਨਾਲ ਸੁਣਿਓ ਕੀ ਲਿਖਿਆ। ਕਹਿੰਦਾ ਜਿਹੜਾ ਜਿੱਤਣ ਵਾਲਾ, ਜਿਹੜਾ ਅੰਤ ਤੋੜੀ ਮੇਰੀਆਂ ਗੱਲਾਂ ਦੀ ਪਾਲਣਾ ਕਰੇਗਾ, ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਿਆਂਗਾ ਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹੁਕੂਮਤ ਕਰੇਗਾ, ਜਿਵੇਂ ਕਿ ਮਿਆਰ ਦੇ ਭਾਂਡਿਆਂ ਨੂੰ ਚਿਣੀ ਕਰ ਦੇਈਦਾ, ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ। ਕੀ ਪਾਇਆ? ਆਤਮਾ, ਵਚਨਾਂ ਦੀ ਗਹਿਰਾਈ, ਬੁੱਧੀ। ਅਸੀਂ ਹੀ ਪਰਮੇਸ਼ਰ ਕੋਲ ਮੰਗਣੀ, ਕਹਿੰਦੇ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਮੈਂ ਕਹਿੰਦੇ ਉਹਨੂੰ ਕੀ ਜਿਹੜੀਆਂ ਇਹ ਗੱਲਾਂ ਮੰਨੂਗਾ। ਕਿਹੜੀ ਕਲੀਸਿਆ ਨੂੰ ਕਹਿ ਰਹੇ? ਥੁਆਤੀਰੀ ਕਲੀਸਿਆ ਦੇ ਕਹਿ ਰਹੇ, ਕਹਿੰਦੇ ਜਿਹੜੀਆਂ ਇਹ ਗੱਲਾਂ ਮੰਨੂਗਾ ਉਹਨੂੰ ਮੈਂ ਕੀ ਕਰੂੰਗਾ? ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਊਂਗਾ, ਹੁਕੂਮਤ ਕਰੇਗਾ। ਹੁਕੂਮਤ ਦਾ ਰਾਜਾ ਕਰਦਾ। ਅੱਗੇ ਲਿਖਿਆ, ਅਤੇ ਮੈਂ ਉਹਨੂੰ ਸਵੇਰ ਦਾ ਤਾਰਾ ਦਿਆਂਗਾ, ਜਿਹਦੇ ਕੰਨ ਹਨ ਸੋ ਸੁਣੇ। ਪਈ ਆਤਮਾ ਕਲੀਸਿਆ ਨੂੰ ਕੀ ਕਰੇ? ਉਹਨੂੰ ਮੈਂ ਇੱਕ ਤਾਰਾ ਬਣਾਵਾਂਗਾ, ਤਾਰਾ ਦਿਆਂਗਾ। ਤਾਰਾ ਦਿਆਂਗਾ। ਤਾਰਾ ਜਿਹੜਾ ਰੋਸ਼ਨੀ ਦਿੰਦਾ ਹੈ। ਇਹ ਪਰਮੇਸ਼ਰ ਦੀਆਂ ਗੱਲਾਂ ਸੀ। ਪਰਮੇਸ਼ਰ ਕੁਛ ਲੋਕਾਂ ਤੇ ਆਪਣਾ ਆਤਮਾ ਜ਼ਾਹਿਰ ਕਰਦਾ। ਮਤਲਬ ਕਿ ਬਾਈਬਲ 'ਚ ਜੋ ਵੀ ਲਿਖਿਆ ਆਪਾਂ ਇਹਨੂੰ ਪੜ੍ਹਦੇ ਹਾਂ, ਇਹ ਦਿਨੋਂ ਦਿਨ ਡੀਪ ਹੁੰਦਾ ਜਾਂਦਾ। ਅਸੀਂ ਅੱਜ ਕੁਛ ਹੋਰ ਅੱਜ ਇੱਕ ਐਤ ਪੜ੍ਹੀ ਹੈ,
ਅੱਜ ਇੱਕ ਐਤ ਪੜ੍ਹੀ ਉਹਦਾ ਮਤਲਬ ਕੁਛ ਹੋਰ ਨਿਕਲਦਾ ਸਾਡੇ ਦਿਮਾਗ 'ਚ ਰੱਬ ਪਾਉਂਦਾ, ਕੱਲ੍ਹ ਜੇ ਉਹੀ ਐਤ ਦੁਬਾਰਾ ਪੜਾਂਗੇ ਉਹਦਾ ਮਤਲਬ ਫੇਰ ਕੁਛ ਹੋਰ ਨਿਕਲੂਗਾ। ਇੱਦਾਂ ਦਿਨੋਂ ਦਿਨ ਮਤਲਬ ਕਿ ਪਰਮੇਸ਼ਰ ਆਪਣੇ ਬੰਦਿਆਂ 'ਤੇ ਆਪਣਾ ਆਤਮਾ ਪਾਉਂਦਾ ਆ ਤੇ ਉਹਨਾਂ ਨੂੰ ਸਮਝਾਉਂਦਾ ਵੀ ਇਹਦਾ ਮਤਲਬ ਕੀ ਹੈ, ਇੱਦਾਂ ਦਾ ਆਤਮਾ ਅਸੀਂ ਮੰਗਣਾ ਆ। ਠੀਕ ਹੈ ਜੀ। ਤੇ ਇੱਥੇ ਮੇਰੇ ਅਜ਼ੀਜ਼ੋ ਮੈਂ ਤਾਂ ਇਹੀ ਕਹਿ ਰਹੀ ਹਾਂ ਕਿ ਪਰਮੇਸ਼ਰ ਮੈਨੂੰ ਅਗਵਾਈ ਕਰ ਰਿਹਾ ਕਿ ਸਵੇਰ ਦਾ ਤਾਰਾ ਕਿਹਨੂੰ ਕਹਿੰਦੇ ਆ। ਸਵੇਰ ਦਾ ਤਾਰਾ ਉਹ ਆ, ਸਵੇਰ ਦਾ ਤਾਰਾ ਪਰਮੇਸ਼ਰ ਥੁਆਤੀਰੀਏ ਜਿਹੜੇ ਮਤਲਬ ਕਿ ਕਲੀਸਿਆ ਦੇ ਲੋਕ ਆ, ਜਿਹੜੇ ਮੰਨਣਗੇ, ਜਿਹੜੇ ਪਰਮੇਸ਼ਰ ਦੀਆਂ ਗੱਲਾਂ ਮੰਨਣਗੇ, ਉਹਨਾਂ ਨੂੰ ਇੱਕ ਕੀ ਸਵੇਰ ਦਾ ਤਾਰਾ ਦਿਆਂਗਾ। ਸਵੇਰ ਜਿਹੜਾ ਸਵੇਰ ਦਾ ਟਾਈਮ ਸਾਰਾ ਮਤਲਬ ਕਿ ਸਾਰਾ ਫਰੈਸ਼ ਹੁੰਦਾ, ਇੱਕ ਨਵਾਂ ਜਿਹੜਾ ਹੁੰਦਾ, ਨਵਾਂ ਤਾਰਾ ਕਹਿ ਦੇ, ਸਵੇਰ ਦਾ ਤਾਰਾ ਦੇਵੇਗਾ। ਤਾਰਾ ਜਿਹੜਾ ਆ ਉਹ ਚ ਚਿੱਟੀ ਰੌਸ਼ਨੀ ਨਿਕਲਦੀ ਮੇਰੇ ਅਜ਼ੀਜ਼ੋ, ਤੇ ਉਹ ਵੀ ਪਵਿੱਤਰ ਮੰਨਿਆ ਜਾਂਦਾ ਤਾਰਾ। ਔਰ ਸਵੇਰ ਦਾ ਤਾਰਾ ਤੁਹਾਨੂੰ ਪਤਾ ਜਦੋਂ ਸਵੇਰੇ ਉੱਠਦੇ ਜ਼ਰੂਰ ਤੁਸੀਂ ਉਹਦੇ ਇੱਕ ਹੁੰਦਾ ਅਸਮਾਨ ਤੇ ਜਦੋਂ ਰੌਸ਼ਨੀ ਚੜ ਜਾਂਦੀ, ਫਿਰ ਵੀ ਇੱਕ ਤਾਰਾ ਹੁੰਦਾ ਆ, ਇੱਕ ਤਾਰਾ ਹੁੰਦਾ ਆ ਜਿਹੜਾ ਜਗਮਗ ਕਈ ਵਾਰੀ ਕਰਦਾ ਤੇ ਕਈ ਵਾਰੀ ਮਤਲਬ ਕਿ ਜਗ ਉੱਦੀ ਮਤਲਬ ਕਿ ਹੁੰਦਾ ਆ, ਤਾਰਾ ਹੁੰਦਾ ਆ। ਪਰਮੇਸ਼ਰ ਕਹਿੰਦਾ ਮੈਂ ਉਹਨੂੰ ਉਹ ਤਾਰਾ ਦਿਆਂਗਾ। ਠੀਕ ਹੈ ਜੀ। ਬਾਕੀ ਪਰਮੇਸ਼ਰ ਦੀਆਂ ਗੱਲਾਂ ਨੂੰ ਅਸੀਂ ਪਰਮੇਸ਼ਰ ਕਿਉਂਕਿ ਵਚਨ ਗੱਲ ਕਰਦੇ, ਵਚਨ ਅਸੀਂ ਪੜ੍ਹਦੇ ਹਾਂ, ਜ਼ਰੂਰ ਪੜ੍ਹਦੇ ਹਾਂ, ਪੜ੍ਹਦੇ ਹੋਗੇ ਤੁਸੀਂ ਵੀ, ਪਰ ਗੱਲ ਇਹ ਆ ਕਿ ਜਿਹੜੀਆਂ ਗੱਲਾਂ ਨਾ ਇਹ ਪਰਮੇਸ਼ਰ ਕਿਸੇ ਕਿਸੇ ਤੇ ਜ਼ਾਹਿਰ ਕਰਦਾ ਜਿਹੜਾ ਪੂਰਾ ਆ। ਠੀਕ ਹੈ ਜੀ। ਪਰਮੇਸ਼ਰ ਤੋਂ ਆਤਮਾ ਮੰਗੋ, ਪਰਮੇਸ਼ਰ ਸਾਨੂੰ ਆਤਮਾ ਦੇ, ਆਪਣਾ ਆਤਮਾ ਸਾਡੇ ਦੇ ਉੰਡੇਲ ਬੁੱਧੀ ਦੇ ਸਾਨੂੰ, ਤਾਂ ਕਿ ਅਸੀਂ ਤੇਰੇ ਵਚਨਾਂ ਨੂੰ ਚੰਗੀ ਤਰ੍ਹਾਂ ਡੀਪਲੀ ਜਾ ਕੇ ਇਸ ਨੂੰ ਸਮਝ ਸਕੀਏ ਔਰ ਅਸੀਂ ਹੋਰਾਂ ਨੂੰ ਵੀ ਬਚਾ ਸਕੀਏ। ਠੀਕ ਹੈ ਜੀ। ਔਰ ਮੇਰੇ ਅਜ਼ੀਜ਼ੋ ਮੈਂ ਹੀ ਤੁਹਾਨੂੰ ਕਹਿ ਰਹੀ ਵਾਰ-ਵਾਰ ਕਿ ਵਚਨਾਂ ਤੇ ਖਲੋਤੇ ਰਹੋ ਤੁਸੀਂ ਵੀ। ਔਰ ਬਾਈਬਲ ਦੱਸਦੀ ਹੈ ਕਿ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਆਉਣ ਵਾਲੇ ਸਮੇਂ ਜਿਹੜੇ ਬਹੁਤ ਭਿਆਨਕ, ਬਹੁਤ, ਤੁਹਾਨੂੰ ਪਤਾ ਕਰੋਨਾ ਵਾਇਰਸ ਫੈਲਿਆ, ਬਾਈਬਲ 'ਚ ਲਿਖਿਆ ਇਹਦੇ ਬਾਰੇ, ਬਾਈਬਲ 'ਚ ਲਿਖਿਆ ਇਹਦੇ ਬਾਰੇ, ਕਹਾਵਤਾਂ ਵਿੱਚ ਕਿਤੇ ਲਿਖਿਆ, ਮੈਂ ਤੁਹਾਨੂੰ ਉਹ ਵੀ ਪੜਾਉਂਗੀ ਜ਼ਰੂਰ। ਕਿਤੇ ਲਿਖਿਆ ਕਿਵੇਂ ਹੇ ਮੇਰੀ ਪ੍ਰਜਾ ਆਪਣੇ ਆਪ ਨੂੰ ਥੋੜਾ ਟਾਈਮ ਲਈ ਲੁਕਾ ਲਾ, ਸਾਰਾ ਕੁਝ ਲਿਖਿਆ ਉਹਦੇ ਵਿੱਚ ਇਹ ਬਾਰੇ ਵੀ ਆਪਣੇ ਜਿਹੜੇ ਹੁਣ ਅਸੀਂ ਕਮਰੇ ਬੰਦ ਕਰਕੇ ਬੈਠੇ ਹੋਏ, ਬਾਈਬਲ 'ਚ ਲਿਖਿਆ ਹੈ ਪਹਿਲੇ ਇਹ ਹੋਣਾ ਹੀ ਸੀ, ਕਿਉਂਕਿ ਬਾਈਬਲ ਬਿਲਕੁਲ ਸੱਚੀ ਆ, ਇਹ ਹੋਣਾ ਹੀ ਹੈ। ਤੇ ਬਾਈਬਲ 'ਚ ਦੱਸਿਆ ਕਹਿੰਦੇ ਵੀ ਥਾਂ ਮਰੀਆਂ ਪੈਣਗੀਆਂ, ਤੇ ਤੁਹਾਨੂੰ ਮੇਰੇ ਜੋ ਪਤਾ ਹੈ ਕਿ ਇਹ ਜਿਹੜੀ ਮਰੀ ਪਈ ਹੈ ਇਸ ਤੋਂ ਬਾਅਦ ਇੱਕ ਹੋਰ ਮਰੀ ਆ ਰਹੀ ਹੈ ਜਿਹੜੀ ਬਹੁਤ ਭਿਆਨਕ ਆ। ਕੌਣ ਬਚ ਸਕਦਾ? ਕੌਣ ਬਚ ਸਕਦਾ? ਸਿਰਫ ਉਹ ਹੀ ਬਚਣਗੇ ਜਿਹੜੇ ਪਰਮੇਸ਼ਰ 'ਚ ਪੂਰੇ ਆ, ਜਿਹੜੇ ਪਰਮੇਸ਼ਰ ਦੀ ਵਿਵਸਥਾ ਨੂੰ ਦਿਨ ਰਾਤ ਉਸਦੇ ਮਗਨ ਰਹਿੰਦੇ ਆ, ਪਰਮੇਸ਼ਰ ਦੀ ਆਗਿਆ ਦੀ ਪਾਲਣਾ ਕਰਦੇ ਆ, ਪਰਮੇਸ਼ਰ ਦੀ ਹਰ ਗੱਲ ਮੰਨਦੇ ਆ, ਔਰ ਰੋਟੀ ਖਾਣਾ ਭੁੱਲ ਜਾਂਦੇ ਆ ਪਰ ਵਚਨ ਪੜ੍ਹਨਾ ਨਹੀਂ ਭੁੱਲਦੇ, ਔਰ ਦੁਆ ਕਰਨਾ ਨਹੀਂ ਭੁੱਲਦੇ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਆ, ਦੇਖਿਓ ਤੁਸੀਂ ਦੁਆ ਕਿੰਨੀ ਕਰਦੇ, ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੀ ਦੁਆ ਕਰਦੇ ਆ। 15 ਮਿੰਟ, 10 ਦਿਨ, 10 ਮਿੰਟ ਕਰਦੇ, 10 ਘੰਟੇ ਤਾਂ ਚਲੋ ਕੋਈ ਵੀ ਨਹੀਂ ਕਰਦਾ, ਤੇ 10 ਮਿੰਟ, 15 ਮਿੰਟ, 20 ਮਿੰਟ, ਘੰਟਾ, 1.5 ਘੰਟਾ, 2 ਘੰਟਾ, ਕਿੰਨਾ? ਤੁਹਾਨੂੰ ਪਤਾ ਪਰਮੇਸ਼ਰ ਸਾਡੇ ਕੋਲ ਦਸਵੰਤ ਮੰਗਦਾ ਹਰ ਇੱਕ ਚੀਜ਼ ਤੇ, ਤੇ ਦਿਨ ਵਿੱਚੋਂ ਵੀ ਦਸਵੰਤ ਮੰਗਦਾ। ਦਿਨ ਦੇ ਕਿੰਨੇ 24 ਘੰਟੇ ਹੁੰਦੇ, 24 ਘੰਟੇ ਦਾ ਦਸਵੰਤ ਕਿੰਨਾ ਬਣਦਾ? 2.5 ਘੰਟੇ। ਕੀ ਅਸੀਂ 2.5 ਘੰਟੇ ਦਿੰਦੇ ਆ ਪਰਮੇਸ਼ਰ ਨੂੰ? ਜੇ ਤਾਂ ਦਿੰਦੇ ਆ ਪਰਮੇਸ਼ਰ ਨੂੰ ਆਪਣੇ 2.5 ਘੰਟਿਆਂ ਵਿੱਚੋਂ, ਆਪਣੇ 2.5 ਘੰਟੇ 24 ਘੰਟਿਆਂ ਵਿੱਚੋਂ 2.5 ਘੰਟੇ ਦਿੰਦੇ ਆ, ਤੇ ਮੇਰੇ ਅਜ਼ੀਜ਼ੋ ਪਰਮੇਸ਼ਰ ਉਹਨਾਂ ਨੂੰ ਕਦੇ ਵੀ ਸ਼ਰਮਿੰਦੇ ਨਹੀਂ ਹੋਣ ਦੇਗਾ, ਕਦੇ ਵੀ ਸ਼ਰਮਿੰਦੇ ਨਹੀਂ ਹੋਣ ਦੇਗਾ, ਉਹਨਾਂ ਦੀ ਹਰੇਕ ਆਸ ਉਮੀਦ ਨੂੰ ਪੂਰੀ ਕਰੇਗਾ, ਕਿਉਂਕਿ ਉਹਨਾਂ ਨੇ ਪਹਿਲ ਪਰਮੇਸ਼ਰ ਨੂੰ ਦਿੱਤੀ ਆ। ਜਿਹੜੇ ਕਹਿੰਦੇ ਆ ਕਿ ਹਾਂ ਪਰਮੇਸ਼ਰ ਮੇਰਾ ਇਹ ਕੰਮ ਕਰਦੇ, ਤੇ ਪਰਮੇਸ਼ਰ ਅਗਰ ਦੇਰੀ ਵੀ ਲਗਾ ਰਿਹਾ ਤੇ ਇਹ ਥੋੜੀ ਹੈਗਾ ਕਿ ਅਸੀਂ ਇਹਨੂੰ ਫਟਕਾਰ ਮਾਰੀਏ, ਨਹੀਂ। ਅੱਜ ਜੇ ਜਿੱਦਾਂ ਦੀ ਵੀ ਹਾਲਤ ਵਿੱਚ ਅਸੀਂ ਹੈਗੇ, ਅਗਰ ਅਸੀਂ ਖੁਸ਼ ਹਾਂ ਤਾਂ ਉਹ ਵੀ ਸਾਡੇ ਆਪਣੇ ਕਰਕੇ, ਕਿਉਂਕਿ ਅਸੀਂ ਪਰਮੇਸ਼ਰ ਦਾ ਨਾਂ ਲੈਂਦੇ ਹਾਂ। ਠੀਕ ਹੈ ਜੀ। ਅੱਜ ਜੇ ਬਾਈ ਦੇ ਸਾਡੇ ਤੇ ਕੋਈ ਬਿਪਤਾ ਪੈ ਰਹੀ ਆ ਜਾਂ ਕੁਛ ਵੀ ਇੱਦਾਂ ਦਾ ਹੋ ਰਿਹਾ, ਤਾਂ ਮੇਰੇ ਅਜ਼ੀਜ਼ੋ ਕਿਤੇ ਨਾ ਕਿਤੇ ਅਸੀਂ ਹੀ ਉਹਦੇ ਜ਼ਿੰਮੇਵਾਰ ਆ। ਕਿਉਂ ਜ਼ਿੰਮੇਵਾਰ ਆ? ਕਿਉਂਕਿ ਪਰਮੇਸ਼ਰ ਤਾਂ ਬਿਲਕੁਲ ਸੱਚਾ ਆ, ਪਰਮੇਸ਼ਰ ਤਾਂ ਬਿਲਕੁਲ ਵਫਾਦਾਰ ਆ। ਉਹ ਕਹਿੰਦੇ ਕਿ ਸ਼ੇਰ ਬੱਚੇ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਆ, ਪਰ ਮੇਰੇ ਤਾਲਿਬ ਨੂੰ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਵੇਗੀ। ਬਾਈਬਲ ਦੱਸਦੀ ਆ ਕਿ ਕਿੰਨੇ ਅਸਮਾਨ ਦੀਆਂ ਚੀਜ਼ਾਂ ਦੀ ਤਲਾਸ਼ ਕਰੋ ਤਾਂ ਧਰਤੀ ਦੀਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਕਿ ਤੁਸੀਂ ਅਸਮਾਨ ਦੀਆਂ ਚੀਜ਼ਾਂ ਦੀ ਤਲਾਸ਼ ਕਰਦੇ? ਬਈ ਅਸਮਾਨ ਦੀਆਂ ਚੀਜ਼ਾਂ ਇਹ ਨਹੀਂ ਕਿ ਤਾਰੇ ਤੁਰਿਆਂ ਦੀ ਗੱਲ ਕਰਦੀ ਪਈ ਆ, ਮੈਂ ਤਾਰਿਆਂ ਦੀ ਜਾਂ ਸੂਰਜ ਦੀ ਗੱਲ ਕਰੇ, ਨਹੀਂ। ਅਸਮਾਨ ਦੀਆਂ ਚੀਜ਼ਾਂ ਜਿਹੜੀਆਂ ਸਵਰਗ, ਬੁੱਧੀ, ਪਰਮੇਸ਼ਰ ਦਾ ਆਤਮਾ, ਯਿਸੂ ਮਸੀਹ, ਇਹ ਯਿਸੂ ਮਸੀਹ ਜਿਹਦੇ ਕੋਲ ਆ ਗਿਆ ਉਹਨੂੰ ਕਿਸੇ ਚੀਜ਼ ਦੀ ਥੋੜ੍ਹ ਹੋਏਗੀ?
ਕਦੇ ਵੀ ਨਹੀਂ ਮੇਰੇ ਅਜ਼ੀਜ਼ੋ। ਜਿਹੜੀ ਜ਼ਿੰਦਗੀ 'ਚ ਯਿਸੂ ਮਸੀਹ ਹੀ ਆ ਗਿਆ, ਉਹਨੂੰ ਕੋਈ ਚੀਜ਼ ਜ਼ਿੰਦਗੀ ਉਹਨੂੰ ਕੋਈ ਤੇ ਉਸ ਚੀਜ਼ ਦੀ ਥੋੜ੍ਹੀ ਨਹੀਂ ਹੋਵੇਗੀ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਕਹਿੰਦੇ ਕਿ ਮੈਂ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਕਿ ਤੁਹਾਨੂੰ ਕਿੰਨੀਆਂ ਚੀਜ਼ਾਂ ਦੀ ਲੋੜ ਆ। ਅੱਜ ਜੇ ਪਰਮੇਸ਼ਰ ਜਾਣਦੇ ਆ ਕਿ ਸਾਨੂੰ ਕਿਹਨਾਂ ਚੀਜ਼ਾਂ ਦੀ ਲੋੜ ਆ, ਕਿ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਹੋ, ਕਿਉਂ ਨਹੀਂ ਦਿੰਦੇ? ਕਿਉਂਕਿ ਮੇਰੇ ਅਜ਼ੀਜ਼ੋ ਬਾਈਬਲ ਦੋ ਧਾਰੀ ਤਲਵਾਰ ਆ। ਬਾਈਬਲ 'ਚ ਲਿਖਿਆ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਢੋ ਤਾਂ ਪਾਓਗੇ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਮਤੀ 7:7 ਵਿੱਚ ਲਿਖਿਆ ਕਿ ਤੁਸੀਂ ਤੁਹਾਨੂੰ ਮੰਗਣਾ ਆਉਂਦਾ। ਕਿੱਦਾਂ ਮੰਗਣਾ ਕਿੱਦਾਂ ਸੀ? ਮੰਗਣਾ ਇੱਦਾਂ ਸੀ ਕਿ ਪਰਮੇਸ਼ਰ ਦਾ ਪਹਿਲਾਂ ਧੰਨਵਾਦ ਕਰਨਾ। ਮੈਂ ਇੱਕ ਹੋਰ ਵੀਡੀਓ ਬਣਾਉਂਗੀ ਜਿੱਥੇ ਤੁਹਾਨੂੰ ਦੱਸੂਗੀ ਦੁਆ ਕਿੱਦਾਂ ਕਰਨੀ ਹੈ, ਉਹ ਵੀ ਦੱਸੂਗੀ ਤੁਹਾਨੂੰ ਮੈਂ। ਕਿਉਂਕਿ ਮੇਰੇ ਅਜ਼ੀਜ਼ੋ ਮੈਂ ਪਾਸਟਰ ਨਹੀਂ ਹੈਗੀ, ਪਰ ਮੇਰਾ ਜੋ ਫਰਜ਼ ਬਣਦਾ ਮੈਂ ਤੁਹਾਨੂੰ ਦੱਸਣਾ ਜ਼ਰੂਰ, ਕਿਉਂਕਿ ਮੇਰੇ ਅਜ਼ੀਜ਼ੋ ਬਾਈਬਲਾਂ ਚੱਕੀਆਂ ਜਾਣੀਆਂ ਹੈ। ਤੁਹਾਡੇ ਕੋਲ ਵਚਨ ਨਹੀਂ ਰਹਿਣਾ, ਇਹ ਵਾਲਾ ਵਚਨ ਸਾਡੇ ਕੋਲ ਰਹਿਣਾ ਨਹੀਂ ਹੈਗਾ, ਤੇ ਫਿਰ ਅਸੀਂ ਤੜਫਣਾ ਕਿ ਸਾਨੂੰ ਕੋਈ ਵਚਨ ਦੱਸ ਦੇ। 10 ਕੁਵਾਰੀਆਂ ਵਾਲਾ ਹਿਸਾਬ ਨਾਲ। ਇਸ ਕਰਕੇ ਮੇਰੇ ਅਜ਼ੀਜ਼ੋ ਮੇਰੀ ਇਹੀ ਕੋਸ਼ਿਸ਼ ਆ ਕਿ ਜਿੰਨਾ ਵਚਨ ਮੈਂ ਤੁਹਾਨੂੰ ਦੱਸ ਸਕਦੀ, ਖੁਦ ਪੜ੍ਹ ਸਕਦੀ ਹਾਂ, ਉਨਾ ਹੀ ਵਚਨ ਇਹਨੂੰ ਮਿਲ ਕੇ ਪੂਰਾ ਫੈਲਾ ਦੇਵਾਂ, ਪੂਰੀ ਧਰਤੀ 'ਤੇ ਫੈਲਾ ਦੇਵਾਂ। ਤਾਂ ਤੁਹਾਡਾ ਵੀ ਮੇਰੇ ਅਜ਼ੀਜ਼ੋ ਕੁਛ ਫਰਜ਼ ਬਣਦਾ ਕਿ ਪਰਮੇਸ਼ਰ ਦੇ ਵਚਨ ਤੁਸੀਂ ਫੈਲਾਓ। ਠੀਕ ਹੈ ਜੀ। ਤੇ ਅੱਜ ਦਾ ਬਸ ਇਹੀ ਵਿਸ਼ਾ ਸੀ। ਤੇ ਮੈਂ ਜਲਦੀ ਜਿਹੜੀਆਂ ਕਲੀਸਿਆ ਆਪਾਂ 4 ਕਲੀਸਿਆ ਕਰ ਲਈਆਂ, 3 ਕਲੀਸਿਆ ਰਹਿ ਗਈਆਂ, ਉਹ ਅਸੀਂ ਅਗਲੀ ਵਾਰੀ ਕਰਾਂਗੇ। ਠੀਕ ਹੈ ਜੀ। ਬਾਕੀ ਮੇਰੇ ਅਜ਼ੀਜ਼ੋ ਪਰਮੇਸ਼ਰ 'ਚ ਦ੍ਰਿੜ ਰਹੋ। ਅਗਰ ਅੱਜ ਤੁਸੀਂ ਕਿਸੇ ਮਾੜੇ ਟਾਈਮ 'ਚ ਚੱਲ ਰਹੇ ਤਾਂ ਮੇਰੇ ਅਜ਼ੀਜ਼ੋ ਤੁਸੀਂ ਇਹ ਨਾ ਸੋਚੋ ਕਿ ਤੁਹਾਡੇ ਤੇ ਦੁੱਖ ਆਇਆ, ਤੁਸੀਂ ਪਰਤਾਵੇ ਵਿੱਚ ਵਾਂ। ਹੋ ਸਕਦਾ ਤੁਸੀਂ ਪਰਤਾਵੇ ਵਿੱਚ ਹੋਵੋ, ਪਰ ਮੇਰੇ ਅਜ਼ੀਜ਼ੋ ਹਰੇਕ ਹਾਲ ਵਿੱਚ ਪਰਮੇਸ਼ਰ ਧੰਨਵਾਦ ਕਰੋ। ਹਰੇਕ ਹਾਲ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੋ। ਕਿਉਂਕਿ ਦੇਖੋ, ਜੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਪਰਮੇਸ਼ਰ ਨੂੰ ਫਿਟਕਾਰਾਂਗੇ, ਸਾਨੂੰ ਕੁਛ ਮਿਲ ਜੂਗਾ, ਉਹਦੇ ਵਿੱਚ ਕੁਛ ਵੀ ਨਹੀਂ ਮਿਲਣਾ। ਫਿਰ ਉਲਟਾ ਸ਼ੈਤਾਨ ਸਾਡੇ ਤੇ ਆ ਕੇ ਅਟੈਕ ਕਰੂਗਾ ਕਿ ਬੜਾ ਦਵਾ ਕਰਦਾ ਸੀ। ਇਸ ਕਰਕੇ ਦੇਖੋ, ਜੇ ਅੱਜ ਕੋਈ ਵੀ ਇਨਸਾਨ ਆ ਜੇ ਉਹ ਪਾਪ ਵਿੱਚ ਆ ਨਾ, ਜੇ ਬਾਈਬਲ ਪੜ੍ਹਦਾ, ਵਚਨ ਪੜ੍ਹਦਾ, ਦੁਆ ਕਰਦਾ, ਇੱਕਦਮ ਹੀ ਉਹ ਬਦਲ ਜਾਵੇ, ਬਲਕਿ ਦੁਨਿਆਵੀ ਕੰਮ ਕਰਨ ਲੱਗ ਪਵੇ, ਰੱਬ ਦਾ ਨਾਂ ਨਾ ਲਵੇ। ਪਰਮੇਸ਼ਰ ਨੇ ਕੁਛ ਨਹੀਂ ਕਰਨਾ, ਪਰਮੇਸ਼ਰ ਨੇ ਤੁਹਾਨੂੰ ਕੁਛ ਨਹੀਂ ਕਰਨਾ, ਨਾ ਬਿਮਾਰੀ, ਕੁਛ ਨਹੀਂ ਕਰਨਾ। ਸਿਰਫ ਉਹਨੇ ਆਪਣਾ ਹੱਥ ਹਟਾ ਲੈਣਾ ਤੁਹਾਡੇ ਤੋਂ। ਤਾਂ ਮੇਰੇ ਅਜ਼ੀਜ਼ੋ ਬਾਈਬਲ 'ਚ ਲਿਖਿਆ ਕਿ ਸ਼ੈਤਾਨ ਬੁੱਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਕਿ ਕਿਹਨੂੰ ਮੈਂ ਪਾੜ ਖਾਵਾਂ। ਤੇ ਸ਼ੈਤਾਨ ਤਾਂ ਇੱਦਾਂ ਦੇ ਮੌਕੇ ਲੱਭਦਾ ਹੈ। ਅਸੀਂ ਮੌਕਾ ਨਹੀਂ ਦੇਣਾ ਸ਼ੈਤਾਨ ਨੂੰ। ਅਸੀਂ ਪਰਮੇਸ਼ਰ ਦੇ ਬੱਚੇ ਹਾਂ, ਅਸੀਂ ਦਿਖਾਉਣਾ ਆ ਸ਼ੈਤਾਨ ਨੂੰ ਕਿ ਤੂੰ ਸਾਡਾ ਕੁਛ ਨਹੀਂ ਵਿਗਾੜ ਸਕਦਾ, ਤੇਰੀ ਔਕਾਤ ਹੀ ਕੀ ਹੈ। ਪ੍ਰਭੂ ਯਿਸੂ ਮਸੀਹ ਨੇ ਤੈਨੂੰ ਆਪਣੇ ਪੈਰਾਂ ਥੱਲੇ ਫੇਰਿਆ ਹੈ, ਤੇ ਅਸੀਂ ਪਰਮੇਸ਼ਰ ਦੇ ਬੱਚੇ ਹਾਂ, ਤੇ ਸਾਨੂੰ ਪਰਮੇਸ਼ਰ ਨੇ ਤੈਨੂੰ ਲਤਾੜਨ ਦਾ ਹੁਕਮ, ਤੈਨੂੰ ਲਤਾੜਨ ਦਾ ਸਾਨੂੰ ਅਖਤਿਆਰ ਵੀ ਦਿੱਤਾ ਹੋਇਆ ਹੈ। ਠੀਕ ਹੈ ਮੇਰੇ ਅਜ਼ੀਜ਼ੋ। ਬਾਕੀ ਮੇਰੇ ਅਜ਼ੀਜ਼ੋ ਮੈਂ ਹੀ ਤੁਹਾਨੂੰ ਕਹਿੰਦੀ ਕਿ ਬਾਰ-ਬਾਰ ਵਚਨ ਪੜ੍ਹਿਆ ਕਰੋ। ਠੀਕ ਹੈ ਜੀ। ਬਾਈਬਲ ਸਟੱਡੀ ਰੱਖਾਂਗੇ, ਪਰ ਹਲੇ ਆਪਾਂ ਪ੍ਰਕਾਸ਼ ਦੀ ਪੋਥੀ ਪਹਿਲਾਂ ਪੂਰੀ ਕੰਪਲੀਟ ਕਰਾਂਗੇ, ਤੇ ਬਾਅਦ ਵਿੱਚ ਆਪਾਂ ਫਿਰ ਬਾਈਬਲ ਸਟੱਡੀ ਕਿਸੇ ਦਿਨ ਸ਼ੁਰੂ ਕਰਾਂਗੇ ਆਪਾਂ, ਤੇ ਕੰਟੀਨਿਊਟੀ ਤੇ ਆਪਾਂ ਕਰਾਂਗੇ। ਕਿਉਂਕਿ ਮੈਨੂੰ ਵੀ ਵਚਨਾਂ ਦੀ ਬਹੁਤ ਜ਼ਰੂਰਤ ਆ ਕਿ ਮੈਂ ਵੀ ਡੀਪਲੀ ਜਾਵਾਂ ਔਰ ਬਾਈਬਲ ਸਟੱਡੀ ਪੂਰੀ ਕੰਪਲੀਟ ਹੋਵੇ। ਸਾਨੂੰ ਕਿਸੇ ਟੀਚਰ ਦੀ ਲੋੜ ਨਹੀਂ ਹੈਗੀ, ਅਸੀਂ ਰਲ ਕੇ ਕਰਾਂਗੇ ਬਾਈਬਲ ਸਟੱਡੀ। ਸਾਨੂੰ ਕਿਸੇ ਟੀਚਰ ਦੀ ਲੋੜ ਨਹੀਂ ਹੈਗੀ। ਅਸੀਂ ਸਿਰਫ ਪਰਮੇਸ਼ਰ ਕੋਲੋਂ ਬੁੱਧੀ ਮੰਗਣੀ ਹੈ, ਤੇ ਪਰਮੇਸ਼ਰ ਸਾਨੂੰ ਇਹਨਾਂ ਗੱਲਾਂ ਨੂੰ ਸਿਖਾ, ਕੀ ਲਿਖਿਆ, ਕੀ ਮਤਲਬ ਹੈਗਾ ਇਹਦਾ, ਤਾਂ ਕਿ ਜਦੋਂ ਹੋਰ ਜਿਹੜੇ ਹੈਗੇ ਆ, ਜਦੋਂ ਦੁਨੀਆ ਦਾ ਅੰਤ ਆਉਣਾ ਹੈ, ਕਿਉਂਕਿ ਸ਼ੈਤਾਨ ਨੇ ਆਉਣਾ। ਸ਼ੈਤਾਨ ਦਾ ਸਾਨੂੰ ਕੋਈ ਭੇਸ ਸਾਨੂੰ ਪਤਾ ਹੈ ਕਿੱਦਾਂ ਆਉਣਾ ਉਹਨੇ, ਪਰ ਸਾਨੂੰ ਇਹ ਨਹੀਂ ਪਤਾ ਕੌਣ ਹੋਏਗਾ। ਕੌਣ ਹੋਏਗਾ ਉਹਨੇ ਕਿਉਂਕਿ ਦੇਖੋ ਮੇਰੀ ਗੱਲ ਸੁਣੋ, ਮੈਂ ਇਹ ਤੁਹਾਨੂੰ ਕਹਿੰਦੀ ਕਿ ਬਾਈਬਲ ਜੇ ਅਸੀਂ ਪੜ੍ਹਦੇ ਨਾ, ਬਾਈਬਲ ਸ਼ੈਤਾਨ ਨੂੰ ਵੀ ਪੂਰੀ ਪਤਾ ਆ, ਪਰ ਗੱਲ ਇਹਦਾ ਨਾ, ਜਿਹੜਾ ਘੁਮਾ ਫਰਾ ਕੇ ਦੱਸਦਾ ਆ ਉਹ ਪਰਮੇਸ਼ਰ ਵੱਲੋਂ ਨਹੀਂ। ਤੁਸੀਂ ਵਚਨ ਸੁਣਦੇ ਆ, ਕੋਈ ਪਾਸਟਰ ਤੁਹਾਡੇ ਘਰੇ ਆਉਂਦਾ, ਮੈਂ ਪਿਛਲੀ ਵਾਰੀ ਵੀ ਤੁਹਾਨੂੰ ਇਹ ਗੱਲ ਕਹੀ ਸੀ ਕਿ ਕੋਈ ਪਾਸਟਰ ਤੁਹਾਡੇ ਘਰੇ ਆਉਂਦਾ, ਅਗਰ ਉਹ ਵਚਨ ਤੋੜ ਕੇ ਦੱਸਦਾ ਕਿ ਨਹੀਂ ਇੱਦਾਂ ਨਹੀਂ ਜੀ, ਇੱਦਾਂ, ਉਸੇ ਵੇਲੇ ਹੱਥ ਜੋੜ ਕੇ ਕਹਿ ਦਿਓ ਕਿ ਜਾਓ ਇੱਥੋਂ, ਸਾਨੂੰ ਤੁਹਾਡੀ ਜ਼ਰੂਰਤ ਨਹੀਂ ਹੈਗੀ, ਤੁਸੀਂ ਜਾਓ। ਤੁਸੀਂ ਵਚਨ ਮਰੋੜ ਕੇ ਦੱਸਦੇ ਪਏ ਆ, ਤੁਸੀਂ ਰੱਬ ਵੱਲੋਂ ਨਹੀਂ, ਤੁਸੀਂ ਸ਼ੈਤਾਨ ਵੱਲੋਂ। ਠੀਕ ਹੈ ਜੀ। ਕਿਉਂਕਿ ਦੇਖੋ, ਜਦੋਂ ਜੰਗ ਹੁੰਦੀ ਹੈ ਨਾ, ਬੰਦਾ ਕਦੋਂ ਮਰਦਾ ਹੈ, ਜਦੋਂ ਕਦੋਂ ਹਾਰਦਾ ਹੈ ਬੰਦਾ? ਉਦੋਂ ਹਾਰ ਜਾਂਦਾ ਜਦੋਂ ਕੋਈ ਗੱਦਾਰ ਹੋਵੇ ਉਹਨਾਂ ਵਿੱਚ, ਉਹਨਾਂ ਦੇ। ਉਹ ਗੱਦਾਰ ਹੋਏਗਾ ਤੇ ਫਿਰ ਉਹ ਪਿੱਠ ਪਿੱਛੇ ਤੁਹਾਡੇ ਖੰਜਰ ਤਾਂ ਫੋਕਣਾ ਹੀ ਉਹਨੇ, ਫਿਰ ਉਹ ਤਾਂ ਵਾਰ ਕਰਨਾ ਹੀ ਕਰਨਾ। ਇਸ ਕਰਕੇ ਸਾਨੂੰ ਗੱਦਾਰਾਂ ਦੇ ਨਹੀਂ, ਸਾਨੂੰ ਪਰਮੇਸ਼ਰ ਜਿਹੜੇ ਬੱਚੇ ਆ, ਜਿਹੜੇ ਸਾਡੇ ਨਾਲ ਰਲ ਕੇ ਪਰਮੇਸ਼ਰ ਦੀ ਮਹਿਮਾ ਕਰਨਗੇ, ਦੁਆ ਕਰਨਗੇ, ਵਚਨ ਕਰਨਗੇ, ਏਦਾਂ ਦੇ ਬੰਦਿਆਂ ਨੂੰ ਸਾਨੂੰ ਜ਼ਰੂਰ।
ਕਿਉਂਕਿ ਅਸੀਂ ਪਰਮੇਸ਼ਰ ਦੇ ਚੁਣੇ ਹੋਏ ਆ। ਅਗਰ ਅੱਜ ਤੁਸੀਂ ਆਮ ਜੀ ਜ਼ਿੰਦਗੀ ਜੀ ਰਹੇ ਆ ਤਾਂ ਤੁਸੀਂ ਇਹ ਸੋਚ ਰਹੇ ਆ ਕਿ ਮੇਰੀ ਜ਼ਿੰਦਗੀ 'ਚ ਪਰਮੇਸ਼ਰ ਕਿੱਥੇ ਆ। ਮੇਰੇ ਅਜ਼ੀਜ਼ੋ, ਤੁਸੀਂ ਚਰਚ ਆਉਂਦੇ ਆ, ਵਚਨ ਸੁਣਦੇ ਆ, ਔਰ ਅਗਰ ਤੁਸੀਂ ਕਿਤੇ ਕੰਮ ਕੋਈ ਇਦਾਂ ਦਾ ਕੰਮ ਕਰਦੇ, ਕੁਛ ਵੀ ਗਾਲਾਂ ਗੂਲਾ ਕਰਦੇ, ਔਰ ਤੁਹਾਨੂੰ ਅੰਦਰੋਂ ਆਤਮਾ ਝੰਜੋੜਦਾ, ਅੰਦਰੋਂ ਮਤਲਬ ਕਿ ਤੁਹਾਨੂੰ ਫੀਲ ਹੁੰਦਾ ਕਿ ਨਹੀਂ ਤੁਸੀਂ ਗਲਤ ਕੀਤਾ, ਤਾਂ ਮੇਰੇ ਅਜ਼ੀਜ਼ੋ ਲਿਖ ਕੇ ਲੈ ਲਓ ਕਿ ਤੁਸੀਂ ਚੁਣੇ ਹੋਏ ਆ। ਤੁਸੀਂ ਚੁਣੇ ਹੋਏ ਆ, ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ। ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੋਇਆ। ਅਸੀਂ ਨਾਰਮਲ ਨਹੀਂ ਹੈਗੇ, ਅਸੀਂ ਨਾਰਮਲ ਇਨਸਾਨ ਨਹੀਂ ਹੈਗੇ। ਅਸੀਂ ਜਿਹੜੇ ਦੁਨਿਆਵੀ ਜਿਹੜੇ ਲੋਕ ਹੈਗੇ ਨਾ, ਉਹਨਾਂ ਤੋਂ ਕਾਫੀ ਉੱਪਰ ਆ। ਅਸੀਂ ਦੂਤਾਂ ਤੋਂ ਵੀ ਉੱਪਰ ਆ। ਠੀਕ ਹੈ ਮੇਰੇ ਅਜ਼ੀਜ਼ੋ, ਅਸੀਂ ਪਰਮੇਸ਼ਰ ਦੇ ਬੱਚੇ ਆ। ਸਾਨੂੰ ਪਰਮੇਸ਼ਰ ਨੇ ਬੱਚੇ ਐਵੇਂ ਨਹੀਂ ਕਿਹਾ, ਅਸੀਂ ਪਰਮੇਸ਼ਰ ਦੇ ਬੱਚੇ ਬਣ ਕੇ ਵੀ ਦਿਖਾਉਣਾ ਹੈ। ਸ਼ੈਤਾਨ ਦਾ ਸਾਹਮਣਾ ਕਰਨਾ, ਬਾਈਬਲ 'ਚ ਲਿਖਿਆ ਕਿ ਸ਼ੈਤਾਨ ਦਾ ਸਾਹਮਣਾ ਕਰੋ ਤੇ ਸ਼ੈਤਾਨ ਤੁਹਾਡੇ ਕੋਲ ਭੱਜ ਜਾਊਗਾ। ਕਿ ਤੁਸੀਂ ਅੱਜ ਸ਼ੈਤਾਨ ਦਾ ਸਾਹਮਣਾ ਕਰਦੇ ਹੋ? ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਕਮੀ ਆ, ਕੋਈ ਤੁਹਾਨੂੰ ਬਿਮਾਰੀ ਆ, ਕੋਈ ਦੁੱਖ ਵਾ ਤੁਹਾਡੀ ਜ਼ਿੰਦਗੀ 'ਚ, ਤੇ ਕੀ ਤੁਸੀਂ ਉਸ ਚੀਜ਼ ਦਾ ਸਾਹਮਣਾ ਕਰਦੇ? ਕਿ ਉਸ ਟਾਈਮ ਵੀ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਤੁਹਾਡਾ ਧੰਨਵਾਦ ਹੈ, ਇਹਦੇ ਵਿੱਚ ਵੀ ਤੁਹਾਡੀ ਕੋਈ ਮਰਜ਼ੀ ਹੋਏਗੀ। ਕਦੀ ਕਿਹਾ ਇੱਦਾਂ? ਜਿਹੜਾ ਇੱਦਾਂ ਦੀ ਚੀਜ਼, ਇੱਦਾਂ ਦੀ ਗੱਲ ਨੂੰ ਫੋਲੋ ਕਰਦਾ, ਇੱਦਾਂ ਦੀ ਸਿਚੁਏਸ਼ਨ ਨੂੰ ਫੋਲੋ ਕਰਦਾ ਨਾ ਮੇਰੇ ਅਜ਼ੀਜ਼ੋ, ਉਸ ਬੰਦੇ ਤੋਂ ਵੱਧ ਕੇ ਮੈਂ ਕਹਿੰਦੀ ਉਹ ਤਾਂ ਬੰਦਾ ਪੱਕਾ ਹੀ ਜਾਏਗਾ ਹੀ ਜਾਊਗਾ, ਉਹ ਤਾਂ ਪੱਕਾ ਸਵਰਗ ਜਾਏਗਾ ਹੀ ਜਾਏਗਾ। ਕਿਉਂਕਿ ਹਰ ਹਾਲਤ 'ਚ ਆਪਾਂ ਧੰਨਵਾਦ ਕਰਦੇ ਨਾ, ਪਰਮੇਸ਼ਰ ਸਾਡੇ ਤੋਂ ਬਹੁਤ ਖੁਸ਼ ਹੁੰਦਾ, ਬਹੁਤ ਖੁਸ਼ ਹੁੰਦਾ। ਅਯੂਬ ਨਬੀ, ਜਦੋਂ ਸ਼ੈਤਾਨ ਨੇ ਉਹਨੂੰ ਪਰਤਾਇਆ ਸੀ, ਪਹਿਲਾਂ ਉਹ ਤੋਂ ਜੋ ਵੀ ਉਹ ਤੋਂ ਬਰਕਤ ਪਰਮੇਸ਼ਰ ਨੇ ਦਿੱਤੀ ਸੀ, ਜਦੋਂ ਉਹ ਉਸ ਪਰਤਾਓ ਵਿੱਚੋਂ ਪਾਸ ਹੋ ਗਿਆ ਤੇ ਪਰਮੇਸ਼ਰ ਨੇ ਉਹਨੂੰ ਦੁੱਗਣੀ ਆਸ਼ੀਸ਼ ਬਰਕਤ ਦਿੱਤੀ। ਉਹਦੇ ਬੱਚੇ ਵੀ ਹੋਏ ਉਹਦੇ, ਭੇਡ ਬੱਕਰੀਆਂ, ਘੋੜੇ ਵਗੈਰਾ ਸਾਰਾ ਕੁਝ ਡਬਲ ਹੋ ਗਿਆ ਪਹਿਲਾਂ ਨਾਲੋਂ, ਤੇ ਘਰ ਵਧੀਆ ਬਣ ਗਿਆ। ਬਹੁਤ ਬਰਕਤ ਦਿੱਤੀ ਉਹਨੇ ਪਰਮੇਸ਼ਰ ਨੇ। ਅਸੀਂ ਵੀ ਇਦਾਂ ਦੀ ਬਰਕਤ ਲੈਣੀ ਹੈ ਪਰਮੇਸ਼ਰ ਕੋਲ। ਸਾਡੀਆਂ ਜਿਹੜੀਆਂ ਬਰਕਤਾਂ ਰੁਕੀਆਂ ਹੋਈਆਂ ਨਾ ਸ਼ੈਤਾਨ ਦੀ ਵਜ੍ਹਾ ਨਾਲ, ਅਸੀਂ ਸ਼ੈਤਾਨ ਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਡਾਂਟਣਾ ਕਿ ਸ਼ੈਤਾਨਾ ਤੂੰ ਮੇਰਾ ਕੁਝ ਨਹੀਂ ਕਰ ਸਕਦਾ, ਤੇਰੀ ਔਕਾਤ ਕੀ ਆ? ਤੇਰੀ ਕੋਈ ਔਕਾਤ ਨਹੀਂ ਹੈਗੀ, ਤੈਨੂੰ ਮੈਂ ਯਿਸੂ ਮਸੀਹ ਦੇ ਨਾਮ ਤੇ ਡਾਂਟ ਦਿੰਨੀ। ਇਸੇ ਵਕਤ ਸਾਡੀਆਂ ਜ਼ਿੰਦਗੀਆਂ ਚੋਂ ਦਫਾ ਦੂਰ ਹੋ ਜਾ। ਏਦਾਂ ਡਾਂਟਣਾ ਸ਼ੈਤਾਨ ਨੂੰ, ਤਾਂ ਕਿੱਦਾਂ ਨਹੀਂ ਭੱਜਦਾ? ਭੱਜੇਗਾ ਜ਼ਰੂਰ। ਕਿਉਂਕਿ ਮੈਂ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਪਰਮੇਸ਼ਰ ਪਾ ਰਿਹਾ ਕਿ ਜਿਹੜੇ ਦੁਨਿਆਵੀ ਲੋਕ ਆ, ਉਹਨਾਂ ਤੋਂ ਖਤਰਾ ਨਹੀਂ ਹੈਗਾ ਸ਼ੈਤਾਨ ਨੂੰ। ਉਹਨਾਂ ਨੂੰ ਕੁਝ ਕਹਿਣਾ ਵੀ ਨਹੀਂ ਹੈਗਾ, ਕਿਉਂਕਿ ਉਹਨੂੰ ਪਤਾ ਵੀ ਇਹ ਮੇਰੇ ਰਾਸਤੇ ਤੁਰੇ ਹੋਏ ਆ, ਇਹਨਾਂ ਨੂੰ ਕਦੇ ਮੈਂ ਛੇੜਨਾ। ਉਹ ਪੰਗੇ ਲੈਂਦਾ ਸਾਡੇ ਨਾਲ ਜਿਹੜੇ ਪਰਮੇਸ਼ਰ ਮਸੀਹ ਨੂੰ ਮੰਨਦੇ, ਕਿਉਂਕਿ ਉਹਨੂੰ ਪਤਾ ਕਿ ਇਹਨਾਂ ਤੋਂ ਮੈਨੂੰ ਖਤਰਾ, ਇਹ ਮੈਨੂੰ ਖਤਮ ਕਰ ਸਕਦੇ ਆ, ਇਹ ਮੈਨੂੰ ਡਾਂਟ ਸਕਦੇ ਆ, ਇਹ ਮੈਨੂੰ ਮਾਰ ਸਕਦੇ ਆ, ਇਹ ਮੈਨੂੰ ਅੱਗ ਲਾ ਸਕਦੇ ਆ। ਇਸ ਕਰਕੇ ਉਹਦੀ ਦੌੜ ਜਿਹੜੀ ਲੱਗੀ ਨਾ ਸਾਡੇ ਨਾਲ ਲੱਗੀ, ਸਾਡੇ ਨਾਲ ਲੱਗੀ। ਸਾਡੀ ਜੰਗ ਉਹਦੇ ਨਾਲ ਸਿੱਧੇ ਆ। ਬਾਈਬਲ ਦੱਸਦੀ ਨਾ ਕਿ ਸਾਡੀ ਜਿਹੜੀ ਜੰਗ ਵਾ ਲਹੂ ਤੇ ਮਾਸ ਨਾਲ ਨਹੀਂ, ਸ਼ੈਤਾਨ ਨਾਲ ਸਿੱਧੀ ਆ। ਤੇ ਸ਼ੈਤਾਨ ਨਾਲ ਜੇ ਅਸੀਂ ਟੱਕਰ ਲੈਣੀ ਆ, ਸ਼ੈਤਾਨ ਨੂੰ ਅਸੀਂ ਜੇ ਡਾਂਟਣਾ, ਤੇ ਪਰਮੇਸ਼ਰ ਵਿੱਚ ਔਰ ਬਚਨ ਵਿੱਚ ਔਰ ਦੁਆ ਵਿੱਚ ਪੱਕੇ ਹੋਣਾ ਤਾਂ ਕਿ ਸ਼ੈਤਾਨ ਮੂੰਹ ਪਰ ਨਹੀਂ ਡਿੱਗੇ, ਔਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਈਏ, ਔਰ ਪਰਮੇਸ਼ਰ ਦਾ ਹਿਰਦੇ ਵੀ ਸਾਡੇ ਵੱਲੋਂ ਖੁਸ਼ ਹੋਵੇ ਕਿ ਇਹ ਸੱਚਮੁੱਚ ਮੇਰੀ ਬੇਟੀ ਹੈ, ਮੇਰਾ ਬੇਟਾ ਹੈ। ਅੱਜ ਦਾ ਵਚਨ ਅਸੀਂ ਇੱਥੇ ਖਤਮ ਕਰਦੇ ਆ, ਤੇ ਹੋ ਸਕੇ ਤਾਂ ਮੈਂ ਅਗਲੀ ਵੀਡੀਓ ਜਲਦੀ ਪਾਉਣ ਦੀ ਕੋਸ਼ਿਸ਼ ਕਰਾਂਗੀ। ਔਰ ਤੁਸੀਂ ਮੇਰੇ ਲਈ ਵੀ ਦੁਆ ਕਰੋ, ਔਰ ਆਪਣੇ ਬੱਚਿਆਂ ਲਈ ਦੁਆ ਕਰੋ। ਮੈਂ ਤੁਹਾਡੀ ਬੱਚਿਆਂ ਵਾਂਗਾ, ਕਿਉਂਕਿ ਹਲੇ ਮੇਰੀ ਕੁਛ ਉਮਰ ਨਹੀਂ ਹੈਗੀ। ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ। ਮੈਂ ਬਹੁਤ ਧੰਨਵਾਦ ਕਰਦੀ ਹਾਂ। ਔਰ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ, ਜੋ ਆਪਣੇ ਬੱਚਿਆਂ ਤੋਂ ਆਪਣੀ ਮਹਿਮਾ ਕਰਵਾਉਂਦਾ ਹੈ, ਔਰ ਆਪਣੇ ਬੱਚਿਆਂ ਤੋਂ ਆਪਣਾ ਬਚਨ ਬੁਲਾਉਂਦਾ ਹੈ। ਕਿਉਂਕਿ ਮੇਰੀ ਇਹ ਔਕਾਤ ਨਹੀਂ ਹੈਗੀ ਕਿ ਮੈਂ ਤੁਹਾਡੇ ਮੂਹਰੇ ਬਚਨ ਕਰਾਂ, ਕਿ ਮੈਂ ਨਾ ਕੋਈ ਪਾਸਟਰ ਹਾਂ ਤੇ ਨਾ ਮੈਨੂੰ ਨੌਲੇਜ ਹੈਗੀ। ਪਰ ਜਿੰਨੀ ਕੁ ਨੌਲੇਜ ਮੈਨੂੰ ਹੈਗੀ ਹੈ, ਜਿੰਨੀ ਪਰਮੇਸ਼ਰ ਨੇ ਮੈਨੂੰ ਨੌਲੇਜ ਦਿੱਤੀ ਆ, ਉਹਨੂੰ ਮੈਂ ਖਾਧਾ ਆ। ਉਹ ਮੈਨੂੰ ਇੱਕਦਮ ਰਟਿਆ ਹੋਇਆ। ਬੇਸ਼ੱਕ ਮੈਨੂੰ ਇਹ ਯਾਦ ਨਹੀਂ ਹੋਏਗਾ ਕਿ ਕਿੱਥੇ ਲਿਖਿਆ ਜਾਂ ਕਿਹੜੀ ਆਇਤ 'ਚ ਲਿਖਿਆ, ਪਰ ਮੈਨੂੰ ਇਹ ਯਾਦ ਆ ਕਿ ਬਾਈਬਲ 'ਚ ਇਹ ਗੱਲ ਲਿਖੀ ਆ। ਠੀਕ ਹੈ ਮੇਰੇ ਅਜ਼ੀਜ਼ੋ, ਚਲੋ ਹੁਣ ਦਾ ਸਮਾਂ ਅਸੀਂ ਪਰਮੇਸ਼ਰ ਦੇ ਜ਼ੋਰਾਵਰ ਹੱਥਾਂ 'ਚ ਦੇ ਦਿੰਦੇ ਹਾਂ। ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ, ਔਰ ਪਰਮੇਸ਼ਰ ਤੁਹਾਨੂੰ ਦਿਨੋਂ ਦਿਨ ਵਧਾਈ ਜਾਵੇ। ਤੁਹਾਡੀਆਂ ਬਰਕਤਾਂ ਜਿਹੜੀਆਂ ਰੁਕੀਆਂ ਹੋਣ, ਮੈਂ ਇਸੇ ਵਕਤ ਯਿਸੂ ਮਸੀਹ ਦੇ ਨਾਤੇ ਉਸ ਬੰਧਨ ਨੂੰ ਤੋੜ ਦਿੰਦੀ ਹਾਂ, ਔਰ ਤੁਹਾਡੀਆਂ ਜੋ ਬਰਕਤਾਂ ਜੋ ਹੁਣ ਤੁਹਾਨੂੰ ਮਿਲਣ ਵਾਲੀਆਂ, ਉਹਦੇ ਨਾਲ ਤੁਸੀਂ ਨਿਹਾਲ ਹੋ ਜਾਓ, ਔਰ ਤੁਹਾਡੀਆਂ ਦੁੱਗਣੀ ਤੇ ਤਿੱਗਣੀ ਤੁਹਾਨੂੰ ਬਰਕਤ ਮਿਲੇ। ਹਾਲੇਲੂਇਆ। ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ। ਸਭ ਨੂੰ ਜੈ ਮਸੀਹ ਕੀ